ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਜੀ ਹਰਦੀਪ ਸਿੰਘ ਤੇ ਮੇਰੇ ਨਾਲ ਬੈਠੇ ਨੇ ਗਿਆਨੀ ਗੁਰਜੀਤ ਸਿੰਘ ਜੀ, ਗੁਰਦੁਆਰਾ ਖਾਲਸਾ ਦਰਬਾਰ, ਨਿਊ ਜਰਸੀ, ਬਰਲਿੰਗਟਨ, ਅਮਰੀਕਾ ਤੋਂ। ਤੇ ਸਾਡਾ YouTube ਚੈਨਲ ਹੈ ਜੀ ਹਰਦੀਪ ਸਿੰਘ USA ਦੇ ਨਾਂ ਤੇ, ਮੇਰਾ ਆਪਣਾ, ਤੇ ਗਿਆਨੀ ਜੀ ਉਹਨਾਂ ਦਾ ਗੁਰਜੀਤ ਗੁਰੂ ਕਾ, ਸ਼ਾਇਦ ਹਾਂਜੀ ਗੁਰਜੀਤ ਗੁਰਜੀਤ ਸਿੰਘ ਗੁਰੂ ਕਾ YouTube ਚੈਨਲ ਆ। ਤੇ ਸਭ ਤੋਂ ਪਹਿਲਾਂ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਗਿਆਨੀ ਜੀ ਦੇ ਹੋਣਾ ਦੀਆਂ ਵੀਡੀਓ ਵੇਖਣ ਵਾਸਤੇ। ਇਹਨਾਂ ਦੀਆਂ ਸਿੱਖ ਰਹਿਤ ਮਰਿਆਦਾ ਦੀਆਂ ਕਥਾ ਇਹਨਾਂ ਨੇ ਕੀਤੀਆਂ ਨੇ, ਉਹ ਵੀ YouTube ਤੇ ਪਾਈਆਂ ਹੋਈਆਂ ਨੇ। ਬਾਕੀ ਜਿਹੜੇ ਰੈਗੂਲਰ ਇਹ ਕਥਾ ਵਿਚਾਰ ਕਰਦੇ ਨੇ ਉਹ ਵੀ YouTube ਤੇ ਉਪਲਬਧ ਆ ਵੀਡੀਓ ਸਾਰੀਆਂ। ਤੇ ਮੇਰੀਆਂ ਵੀ ਮੇਰੇ ਚੈਨਲ ਦੇ ਉੱਤੇ ਵੀਡੀਓ ਜਿਹੜੀਆਂ ਨੇ ਹਰਦੀਪ ਸਿੰਘ USA ਉਹ ਵੀ ਅਵੇਲੇਬਲ ਆ। ਤੇ ਅੱਜ ਅਸੀਂ ਬੈਠੇ ਸੀਗੇ ਸਿੱਖ ਮਸ਼ੀਨੀ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀਡੀਓ ਇੱਕ ਤਿਆਰ ਕੀਤੀ ਆ। ਤੇ ਮਨ ਬਣਿਆ ਕਿ ਇੱਕ ਵੀਡੀਓ ਅਸੀਂ ਹੋਰ ਤਿਆਰ ਕਰੀਏ ਆਪਣੇ ਜਿਹੜੇ ਸਿੱਖ ਮਸ਼ੀਨੀ ਕਾਲਜ ਦੇ ਨਾਲ ਅਸੀਂ ਕਿਵੇਂ ਜੁੜੇ ਹਾਂ, ਕਿਵੇਂ ਅਸੀਂ ਕੋਰਸ ਕੀਤਾ। ਤੇ ਆਓ ਗਿਆਨੀ ਜੀ ਹੋਣਾ ਤੋਂ ਸ਼ੁਰੂ ਕਰਦੇ ਹਾਂ ਕਿ ਗਿਆਨੀ ਜੀ ਹੋਣਾ ਨੂੰ ਮੈਂ ਪੁੱਛਦਾ ਕਿ ਤੁਸੀਂ ਸਿੱਖ ਮਸ਼ੀਨੀ ਕਾਲਜ ਦਾ ਜਿਹੜਾ ਪੱਤਰ ਵਿਹਾਰ 2 ਸਾਲਾ ਕੋਰਸ ਆ ਉਹ ਤੁਸੀਂ ਕਦੋਂ ਕੀਤਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਾਸ ਨੂੰ 92 ਤੋਂ ਲੈ ਕੇ ਬੰਬੇ ਸ਼ਹਿਰ ਦੇ ਵਿੱਚ, ਮੁੰਬਈ ਦੇ ਵਿੱਚ ਗੁਰੂ ਕੇ ਗ੍ਰੰਥੀ ਤੌਰ ਤੇ ਸੇਵਾ ਕਰਨ ਦਾ ਸੁਭਾਗ ਜਿਹੜਾ ਉਹ ਪ੍ਰਾਪਤ ਹੋਇਆ। 92 ਤੋਂ ਆਰੰਭਤਾ ਹੋਈ। ਤੋ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਤੇ ਸੇਵਾ ਕਰਦਿਆਂ ਹੋਇਆਂ ਜਦੋਂ ਮੈਨੂੰ 2005 ਦੇ ਵਿੱਚ ਮੌਕਾ ਮਿਲਿਆ, ਵਾਹਿਗੁਰੂ 2000 ਦੇ ਵਿੱਚ ਮੌਕਾ ਮਿਲਿਆ ਗੁਰਦੁਆਰਾ ਸੁਖਦਾਇਕ ਸੁਸਾਇਟੀ ਵਿਖੇ ਗੁਰੂ ਕੇ ਗ੍ਰੰਥੀ ਵਜੋਂ, ਕਥਾਵਾਚਕ ਵਜੋਂ ਸੇਵਾ ਨਿਭਾਉਣ ਦਾ। ਉਹ ਮੈਂ ਮਈ ਮਹੀਨੇ ਦੇ ਵਿੱਚ 2000 ਦੇ ਵਿੱਚ ਸੇਵਾ ਉੱਥੇ ਆਰੰਭ ਕੀਤੀ। ਉੱਥੇ ਵਿਚਰਦਿਆਂ ਹੋਇਆਂ ਸਰਕਲ ਜਿਹੜੇ ਮਿਸ਼ਨੀ ਕਾਲਜ ਦੇ ਵੀਰ ਨੇ ਉਹਨਾਂ ਦੇ ਨਾਲ ਮੇਲ ਮਿਲਾਪ ਹੁੰਦਾ ਰਿਹਾ। ਤੇ ਜਦੋਂ ਮੈਂ ਆਪਣੇ ਪੁਰਾਤਨ ਸ਼ੈਲੀ ਦੇ ਹਿਸਾਬ ਨਾਲ ਪੜ੍ਹ ਵਿਚਾਰ ਕੇ ਕਥਾ ਕਰਨੀ, ਤੇ ਕਈ ਵਾਰੀ ਕੋਈ ਸਵਾਲ ਜਵਾਬ, ਵਿਚਾਰ ਚਰਚਾ ਹੋਣੀ ਵੀ ਗੁਰਬਾਣੀ ਦੇ ਆਸ਼ੇ ਅਨੁਸਾਰ ਕਿਹੜੀ ਗੱਲ ਠੀਕ ਹੈ। ਸੋ ਉਸ ਦੇ ਨਾਲ ਮੈਂ ਉਹਨਾਂ ਕਿਤਾਬਾਂ ਨੂੰ ਪੜ੍ਹਿਆ ਤੇ ਜੋ ਮਿਸ਼ਨੀ ਕਾਲਜ ਦਾ ਲਿਟਰੇਚਰ ਹੈ ਉਹਨੂੰ ਪੜ੍ਹਨ ਦਾ ਮੌਕਾ ਮਿਲਦਾ ਰਿਹਾ। ਤੇ ਫਿਰ ਪੜ੍ਹਨ ਦੇ ਨਾਲ ਜੋ ਮੈਨੂੰ ਪ੍ਰੇਰਨਾ ਮਿਲੀ ਕਿ ਜੋ ਗੁਰਬਾਣੀ ਦੀ ਪ੍ਰਮਾਣਿਕ ਵਿਆਖਿਆ ਹੈ, ਜੋ ਸਿੱਖ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ, ਉਹ ਸਾਰਾ ਕੁਝ ਇਸ ਲਿਟਰੇਚਰ ਦੇ ਵਿੱਚ ਹੈ। ਸੋ ਇਸ ਕਰਕੇ ਫਿਰ ਮੈਂ ਆਪ ਹੀ ਆਪਣਾ ਮਨ ਬਣਾ ਲਿਆ ਲਿਟਰੇਚਰ ਪੜ੍ਹ ਕੇ ਹੀ ਕਿ ਮੈਨੂੰ ਵੀ ਇਹ ਕੋਰਸ ਕਰਨਾ ਚਾਹੀਦਾ ਹੈ ਪ੍ਰਚਾਰਕ ਦਾ। ਸੋ ਉਦੋਂ ਮੈਂ ਉਸ ਸਮੇਂ ਦੌਰਾਨ ਇਸ ਕੋਰਸ ਨੂੰ ਆਰੰਭ ਕੀਤਾ ਤੇ ਲਗਭਗ 2006 ਵਿੱਚ ਇਹਨੂੰ ਕੋਰਸ ਨੂੰ ਮੁਕੰਮਲ ਕੀਤਾ। ਵੈਸੇ 2 ਸਾਲਾ ਮਿਸ਼ਨਰੀ ਕਾਲਜ ਦਾ ਕੋਰਸ ਹੈ, ਪਰ ਡਿਊਟੀ ਦੌਰਾਨ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੋ ਕੁਝ ਸਮਾਂ ਵੱਧ ਵੀ ਮੈਨੂੰ ਲੱਗਾ, ਪਰ ਮੈਂ ਬਹੁਤ ਇਮਾਨਦਾਰੀ ਨਾਲ ਆਪ ਪੜ੍ਹ ਕੇ ਤੇ ਜਿਹੜੀ ਬੁੱਕਲੈਟ ਹੈ ਜਿਹਦੇ ਵਿੱਚ ਕੁਐਸਚਨਜ਼ ਨੇ, ਉਹਨਾਂ ਦੇ ਆਨਸਰ ਲਿਖਣੇ ਹੁੰਦੇ ਨੇ, ਉਹ ਮੈਂ ਸਾਰਾ ਆਪ ਪੜ੍ਹ ਕੇ, ਵਿਚਾਰ ਕੇ, ਮਿਹਨਤ ਕਰਕੇ ਤੇ ਉਹ ਕੋਰਸ ਜਿਹੜਾ ਮੁਕੰਮਲ ਕੀਤਾ। ਤੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮੈਂ ਸਰਟੀਫਿਕੇਟ ਪ੍ਰਾਪਤ ਕੀਤਾ ਤੇ ਮੇਰੇ 96% ਨੰਬਰ ਉਹਦੇ ਵਿੱਚੋਂ ਆਏ। ਤੇ ਉਸ ਕੋਰਸ ਦੇ ਦੌਰਾਨ ਮੈਨੂੰ ਬਹੁਤ ਕੁਝ ਸਮਝਣ ਦਾ ਮੌਕਾ ਮਿਲਿਆ ਕਿ ਗੁਰਬਾਣੀ ਦੀ ਵਿਚਾਰ ਕਿਵੇਂ ਕਰਨੀ ਹੈ। ਸ਼ਬਦ ਉਹ ਰਹਾਉ ਦੀ ਪੰਕਤੀ ਉਹਦਾ ਕੇਂਦਰੀ ਭਾਵ ਹੈ, ਤੇ ਉਸ ਭਾਵ ਨੂੰ ਲੈ ਕੇ ਸਾਰੇ ਸ਼ਬਦ ਨੂੰ ਕਿਵੇਂ ਵਿਆਖਿਆ ਦੇ ਵਿੱਚ ਲੈ ਕੇ ਆਉਣਾ, ਕਿਵੇਂ ਗੁਰਬਾਣੀ ਦੇ ਵਿੱਚ ਵਹਿਮਾਂ ਭਰਮਾਂ ਦਾ ਖੰਡਨ ਹੈ। ਸੋ ਇਸ ਤਰੀਕੇ ਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਹੋਰ ਅੱਗੇ ਮਿਹਨਤ ਕਰਦਿਆਂ 2007 ਦੇ ਵਿੱਚ ਮੌਕਾ ਮਿਲਿਆ ਅਮਰੀਕਾ ਦੀ ਧਰਤੀ ਤੇ ਆਉਣ ਦਾ।
ਤੇ ਅਮਰੀਕਾ ਦੀ ਧਰਤੀ ਤੇ ਪਹੁੰਚ ਕਰਕੇ ਗੁਰਦੁਆਰਾ ਰਿਚਮੰਡ ਹਿੱਲ ਲਗਭਗ 1 ਮਹੀਨੇ ਦਾ ਸਮਾਂ ਰਹਿਣ ਦਾ ਅਵਸਰ ਬਣਿਆ ਤੇ ਉੱਥੇ ਵੀ ਸੇਵਾਵਾਂ ਸਮੇਂ-ਸਮੇਂ ਨਾਲ ਜਿਸ ਤਰ੍ਹਾਂ ਸੇਵਾ ਲੱਗਦੀ ਰਹੀ ਦਾਸ ਨੇ ਨਿਭਾਈਆਂ ਨੇ। ਵੱਖ-ਵੱਖ ਪਰਿਵਾਰਾਂ ਦੇ ਗ੍ਰਹਿ ਵਿਖੇ ਕਥਾ ਵਿਚਾਰ ਵੀ ਕੀਤੀ, ਗੁਰਦੁਆਰਾ ਸਾਹਿਬ ਵਿਖੇ ਵੀ ਕੀਤੀ। ਉਸ ਤੋਂ ਉਪਰੰਤ ਦਸੰਬਰ ਮਹੀਨੇ ਦੇ ਵਿੱਚ ਪਹਿਲੇ ਹਫ਼ਤੇ ਹੀ ਦਾਸ ਨੂੰ ਗੁਰਦੁਆਰਾ ਖਾਲਸਾ ਦਰਬਾਰ ਬਰਲਿੰਗਟਨ ਵਿਖੇ 2 ਹਫ਼ਤੇ ਕਥਾ ਦੀ ਸੇਵਾ ਵਾਸਤੇ ਆਉਣ ਦਾ ਮੌਕਾ ਬਣਿਆ ਤੇ ਉਸ ਤੋਂ ਬਾਅਦ ਵਿੱਚ ਇੱਥੇ ਪ੍ਰਬੰਧਕਾਂ ਤੇ ਸਿੱਖ ਸੰਗਤਾਂ ਦੇ ਪ੍ਰੇਮ ਸਦਕਾ ਦਾਸ ਪੱਕੇ ਤੌਰ ਤੇ ਇੱਥੇ ਸੇਵਾ ਦੇ ਵਿੱਚ ਰਹਿ ਗਿਆ ਤੇ 2007 ਦਸੰਬਰ ਤੋਂ ਲੈ ਕੇ ਲਗਭਗ 13.5 ਸਾਲ ਹੋ ਚੱਲੇ ਨੇ ਇੱਥੇ ਸੇਵਾ ਦੇ ਵਿੱਚ ਦਾਸ ਸੇਵਾ ਨਿਭਾ ਰਿਹਾ। ਲੰਮਾ ਸਮਾਂ ਹੋ ਗਿਆ ਸੇਵਾ ਕਰਦਿਆਂ ਨੂੰ, 2007 ਤੋਂ 2021 ਆ ਗਿਆ। 2007 ਤੋਂ ਲੈ ਕੇ 2021 ਤੱਕ ਲਗਭਗ ਲੰਮਾ ਸਮਾਂ 13.5 ਸਾਲ ਦੇ ਕਰੀਬ ਸਮਾਂ ਹੋ ਗਿਆ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ। ਸਿੱਖ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਨੇ ਤੇ ਅਸੀਂ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੀ ਗੁਰੂ ਘਰ ਦੇ ਵਿੱਚ ਹਰ ਮਰਿਆਦਾ ਨਿਭਾਉਂਦੇ ਹਾਂ, ਸੇਵਾ ਕਰਦੇ ਹਾਂ ਤੇ ਪ੍ਰਬੰਧਕਾਂ ਦਾ ਤੇ ਸਿੱਖ ਸੰਗਤਾਂ ਦਾ ਬੜਾ ਸਹਿਯੋਗ ਹੈ। ਹਾਂਜੀ, ਬਹੁਤ ਵਧੀਆ ਜੀ, ਬੜੀ ਖੁਸ਼ੀ ਦੀ ਗੱਲ ਆ ਕਿ 13-14 ਸਾਲ ਇੱਕੇ ਜਗ੍ਹਾ ਤੇ ਸੇਵਾ ਕਰਨੀ ਬੜੀ ਵੱਡੀ ਗੱਲ ਸਮਝੀ ਜਾ ਸਕਦੀ ਆ ਕਿ ਕਈ ਵਾਰੀ ਪ੍ਰਬੰਧਕਾਂ ਨਾਲ ਨਹੀਂ ਬਣਦੀ, ਕਈ ਵਾਰੀ ਸੰਗਤ ਨਾਲ ਕੋਈ ਤਕਰਾਰ ਹੋ ਜਾਂਦਾ ਹੈ ਜਾਂ ਹੋਰ ਕਈ ਕਾਰਨ ਬਣ ਜਾਂਦੇ ਆ ਤੇ ਇੱਕ ਬੜੇ ਵਧੀਆ ਸੁਚੱਜੇ ਤਰੀਕੇ ਦੇ ਨਾਲ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਇੰਨੇ ਸਾਲ ਇੱਕੇ ਜਗ੍ਹਾ ਤੇ ਰਹਿ ਕੇ ਤੇ ਸਾਰੀ ਸੰਗਤ ਨੂੰ ਵੀ ਜੋੜ ਕੇ ਰੱਖਣਾ ਤੇ ਪ੍ਰਬੰਧਕ ਕਮੇਟੀ ਜੀ ਜਿਹੜੇ ਮੈਂਬਰ ਆ ਉਹਨਾਂ ਨੂੰ ਵੀ ਜੋੜ ਕੇ ਰੱਖਣਾ ਤੇ ਬੜੀ ਮਾਣ ਵਾਲੀ ਗੱਲ ਆ ਵੀ ਇੰਨਾ ਚਿਰ ਤੁਸੀਂ ਖਾਲਸਾ ਦਰਬਾਰ ਬਰਲਿੰਗਟਨ ਨਿਊ ਜਰਸੀ ਦੇ ਵਿੱਚ ਜਿਹੜੀ ਆ ਉਹ ਸੇਵਾ ਨਿਭਾਈ ਆ। ਗੁਰੂ ਸਾਹਿਬ ਦੀ ਕਿਰਪਾ ਤੇ ਗੁਰੂ ਦੀ ਮਿਹਰ ਨਾਲ। ਇਹ ਤੋਂ ਪਹਿਲਾਂ ਇੱਕ ਹੋਰ ਮੇਰੇ ਸਵਾਲ ਸੀਗਾ ਜਿਹੜਾ ਰਹਿ ਗਿਆ ਕਿ ਤੁਸੀਂ ਦੱਸਿਆ ਕਿ ਤੁਸੀਂ ਸਿੱਖ ਮਿਸ਼ਨਰੀ ਕਾਲਜ ਦਾ ਕੋਰਸ ਜਿਹੜਾ ਉਹ ਤੁਸੀਂ ਲਗਭਗ 2005-06 ਦੇ ਵਿੱਚ ਕੀਤਾ ਤੇ ਮੈਂ ਇੱਥੇ ਇਹ ਪੁੱਛਣਾ ਚਾਹੂੰਗਾ ਵੀ ਤੁਸੀਂ ਜਿਵੇਂ ਅਲੱਗ-ਅਲੱਗ ਸੰਸਥਾਵਾਂ ਨੇ ਪ੍ਰਚਾਰ ਕਰਦੀਆਂ ਸਿੱਖ ਕੌਮ ਦੇ ਵਿੱਚ ਤੇ ਸਿੱਖ ਮਿਸ਼ਨਰੀ ਕਾਲਜ ਦਾ ਕੋਰਸ ਕਰਨ ਤੋਂ ਪਹਿਲਾਂ ਤੁਸੀਂ ਕਿੱਥੋਂ ਸਿੱਖਿਆ ਲਈ ਜਾਂ ਤੁਸੀਂ ਕਿਹੜੇ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਸੀਗੇ? ਹਾਂਜੀ, ਸਾਡਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨੰਗਲੀ ਪਿੰਡ ਆ ਤੇ ਮਹਿਤਾ ਚੌਂਕ ਦੇ ਬਿਲਕੁਲ ਨੇੜੇ ਆ ਤੇ ਸਾਡੇ ਪਿੰਡਾਂ ਵਿੱਚ ਜ਼ਿਆਦਾਤਰ ਜਿਹੜਾ ਪ੍ਰਭਾਵ ਹੈ ਉਹ ਸੰਪਰਦਾਇ ਪ੍ਰਭਾਵ ਆ ਤੇ ਮੈਂ ਜੋ ਅਖੰਡ ਪਾਠ ਕਰਨ ਦੀ ਸੰਥਿਆ ਉਹ ਮੇਰੇ ਚਾਚਾ ਜੀ ਮੇਰੇ ਉਸਤਾਦ ਨੇ ਭਾਈ ਅਮਰ ਸਿੰਘ ਹੋਣੀ ਉਹਨਾਂ ਕੋਲੋਂ ਪ੍ਰਾਪਤ ਕੀਤੀ ਆ ਆਪਣੇ ਘਰ ਵਿੱਚੋਂ ਹੀ ਤੇ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਨਿਸ਼ਕਾਮ ਸੇਵਾ ਦੇ ਤੌਰ ਤੇ ਵੀ ਉਹਨਾਂ ਦੀ ਡਿਊਟੀ ਲਾਉਣੀ, ਪਾਠ ਦੀ ਸੇਵਾ ਦਾ ਬੜਾ ਚਾਅ ਹੁੰਦਾ ਸੀ ਤੇ ਉਸ ਸਮੇਂ ਦੌਰਾਨ ਹੀ ਪਹਿਲਾਂ ਅਸੀਂ ਪੋਥੀ ਦਾ ਪਾਠ ਵੀ ਕਰਦੇ ਰਹੇ ਹਾਂ। ਜਿਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਨਾਲ ਉਦੋਂ ਰੱਖਦੇ ਸੀ, ਉਦੋਂ ਜਿੰਨੀ ਕਿ ਸਾਨੂੰ ਸਮਝ ਸੀ ਤੇ ਬੱਚੇ ਸਾਂ, ਉਹ ਬਾਅਦ ਵਿੱਚ ਪਤਾ ਲੱਗਾ ਵੀ ਅਖੰਡ ਪਾਠ ਸਾਹਿਬ ਦੀ ਜੋ ਮਰਿਆਦਾ ਹੈ ਵੀ ਉਹ ਅਖੰਡ ਪਾਠ ਸਾਹਿਬ ਜਦੋਂ ਆਰੰਭ ਹੈ ਤੇ ਉਹ ਇੱਕ ਵੇਲੇ ਇੱਕ ਹੀ ਕੰਮ ਹੋਣਾ ਚਾਹੀਦਾ, ਉਹਦੇ ਨਾਲ ਕੋਈ ਦੂਸਰਾ ਪਾਠ ਕਰਨਾ ਜਿਹੜਾ ਉਹ ਗੁਰਮਤਿ ਨਹੀਂ। ਪਰ ਅਸੀਂ ਉਦੋਂ ਬਚਪਨ ਵਿੱਚ ਜਦੋਂ ਸੋਝੀ ਨਹੀਂ ਸੀ ਉਦੋਂ ਇੱਕ ਜਪਜੀ ਸਾਹਿਬ ਦਾ ਪਾਠ ਵੀ ਪੋਥੀ ਦਾ ਕਰਦੇ ਰਹੇ ਤੇ ਅਖੰਡ ਪਾਠ ਸਾਹਿਬ ਸਕੂਲ ਦੀ ਪੜ੍ਹਾਈ ਦੇ ਦੌਰਾਨ ਹੀ ਆਪਣੇ ਚਾਚਾ ਜੀ ਕੋਲੋਂ ਪਾਠ ਦੀ ਸੰਥਿਆ ਲੈ ਕੇ ਸਿੱਖਿਆ। ਦਮਦਮੀ ਟਕਸਾਲ ਦੇ ਨੇੜੇ ਹੋਣ ਕਰਕੇ ਤੇ ਮਤਲਬ ਝੁਕਾਅ ਜਿਹੜਾ ਉਧਰ ਸੀਗਾ ਉਦੋਂ ਉਧਰ ਜੁੜੇ ਹੋਏ ਸੀਗੇ। ਹਾਂਜੀ ਹਾਂਜੀ, ਕਿਉਂਕਿ ਸਾਡੇ ਚਾਚਾ ਜੀ ਹੋਣੀ ਜਿਹੜੇ ਆ ਉਹਨਾਂ ਨੇ ਜਿਹੜੇ ਟਕਸਾਲ ਦੇ ਸਿੰਘ ਨੇ ਉਹਨਾਂ ਕੋਲੋਂ ਹੀ ਵਿਦਿਆ ਪ੍ਰਾਪਤ ਕੀਤੀ ਸੀ ਤੇ ਸਾਡੇ ਜਿਹੜੇ ਉਸਤਾਦ ਮੇਰੇ ਚਾਚਾ ਜੀ ਨੇ, ਇਹ ਵੀ ਇੱਕ ਮਾਣ ਵਾਲੀ ਗੱਲ ਹੈ ਵੀ ਉਹ ਇੱਕ ਦਿਨ ਵੀ ਸਕੂਲ ਨਹੀਂ ਗਏ। ਉਹਨਾਂ ਨੇ ਜੇ ਪੰਜਾਬੀ ਗੁਰਮੁਖੀ ਪੜ੍ਹਨੀ ਸਿੱਖੀ ਹੈ ਤੇ ਉਹਨਾਂ ਪਹਿਲਾਂ ਪਾਠ ਸਿੱਖਿਆ, ਗੁਰਮੁਖੀ ਸਿੱਖੀ ਹੈ ਤੇ ਗੁਰਮੁਖੀ ਵਿੱਚ ਪਾਠ ਜਦੋਂ ਗੁਰਬਾਣੀ ਦਾ ਕਰਨਾ ਸਿੱਖਿਆ ਤੇ ਉਹਦੇ ਆਧਾਰ ਤੇ ਹੀ ਉਹ ਪੰਜਾਬੀ ਸਿੱਖੇ ਨੇ। ਉਹ ਗੁਜ਼ਾਰੇ ਜੋਗੀ ਲਿਖ ਵੀ ਲੈਂਦੇ ਨੇ, ਬੋਲਦੇ ਤਾਂ ਚਲੋ ਹੈ ਹੀ ਨੇ ਆਪਾਂ ਪੰਜਾਬ ਵਾਲੇ ਸਾਰੇ। ਸੋ ਕਹਿਣ ਦਾ ਮਤਲਬ ਹੈ ਵੀ ਉਹਨਾਂ ਦੀ ਪੜ੍ਹਾਈ ਜਿਹੜੀ ਉਹ ਹੈ ਹੀ ਗੁਰਬਾਣੀ ਦੀ ਪੜ੍ਹਾਈ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਵੀ ਕੋਈ ਸਿੰਘ ਪਾਠ ਕਰਦਾ ਹੋਵੇ, ਕਿਤੇ ਵੀ ਕੋਈ ਉਚਾਰਨ ਦਾ ਫਰਕ ਪੈਂਦਾ
ਤੇ ਉਸੇ ਵੇਲੇ ਉਹ ਕਹਿੰਦੇ ਵੀ ਇੱਥੇ ਆ ਚੀਜ਼ ਜਿਹੜੀ ਉਹ ਇਸ ਤਰ੍ਹਾਂ ਇਹ ਬੰਦਾ ਉਚਾਰਨ ਕਰ ਗਿਆ ਵੀ ਇੱਥੇ ਸ਼ੁਰੂਆਤ ਜਿਹੜੀ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਇਮਰੀ ਜਿਹੜੀ ਸਟੱਡੀ ਆ, ਪ੍ਰਾਇਮਰੀ ਪੜ੍ਹਾਈ ਜਿਹੜੀ ਆ ਉਹ ਇਦਾਂ ਕਹਿ ਸਕਦੇ ਹਾਂ ਵੀ ਦਮਦਮੀ ਟਕਸਾਲ ਦੇ ਸਿੰਘਾਂ ਪਾਸੋਂ ਸਿੰਘਾਂ ਦੇ ਆਪਾਂ- ਕੋਲੋਂ ਜਾਂ ਹਾਂਜੀ, ਉਸ ਹਾਂਜੀ। ਘੇਰੇ ਦੇ ਵਿੱਚੋਂ ਸਾਡੀ ਜਿਹੜੀ ਹੋਈ ਆ। ਬਿਲਕੁਲ ਜੀ ਤੇ ਬਿਲਕੁਲ। ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਵੀ ਮੇਰੇ ਉਸਤਾਦ ਵੀ ਸਰਦਾਰ ਅਮਰ ਸਿੰਘ, ਉਹਨਾਂ ਕੋਲ ਹੀ ਸੰਥਿਆ ਲਈ ਅਸੀਂ ਬਚਪਨ ਦੇ ਵਿੱਚ, ਤੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਰਹੇ ਆ। ਤੇ ਮੈਂ ਵੀ 2002 ਸਨ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਰਿਹਾ ਵਾਂ। ਉੱਥੋਂ ਹਾਂਜੀ। ਗੁਰਬਾਣੀ ਦੀ ਸੰਥਿਆ ਲਈ ਆ, ਕੀਰਤਨ ਦੀ ਸੰਥਿਆ ਵੀ ਲਈ ਆ। ਤੇ ਮੈਂ ਇੱਥੇ ਮੈਂਸ਼ਨ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੁੰਦਾ ਉਹਨਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਕਿ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਕਰਾਈ ਆ ਉਹ ਉਹਨਾਂ ਦਾ ਨਾਮ ਸੀ ਗਿਆਨੀ ਜੋਗਿੰਦਰ ਸਿੰਘ ਜੀ। ਤੇ 22 ਵਾਰਾਂ ਦੀ ਸੰਥਿਆ ਜਿਹੜੀ ਆ ਉਹ ਮੈਂ ਕੀਤੀ ਆ। ਭਗਤ ਜੀ ਇੱਕ ਉਸਤਾਦ ਹੋਏ ਆ, ਉਹਨਾਂ ਦਾ ਕਮਰਾ ਗੇਟ ਦੇ ਲਾਗੇ ਹੁੰਦਾ ਸੀ ਦਮਦਮੀ ਟਕਸਾਲ ਦੇ ਵਿੱਚ। ਦਮਦਮੀ ਟਕਸਾਲ ਦੇ ਵਿੱਚ। ਤੇ ਠੀਕ। ਉਹਨਾਂ ਕੋਲ ਸ਼ੁਰੂਆਤ ਹੋਈ ਆ, ਉਹਨਾਂ ਤੋਂ ਸੰਥਿਆ ਲਈ ਆ, ਜਿਹੜੀ ਸਾਡੀ ਪ੍ਰਾਇਮਰੀ ਦੀ ਪੜ੍ਹਾਈ ਆਪਾਂ ਕਹਿ ਸਕਦੇ ਹਾਂ। ਹਾਂਜੀ ਹਾਂਜੀ ਬਿਲਕੁਲ। ਤੇ ਉਦੋਂ ਪਾਠ ਜਿਹੜਾ ਉਹ ਵੀ ਉਹਨਾਂ ਦੇ ਮੁਤਾਬਕ ਹੀ ਕਰਦੇ ਸੀ, ਤੇ ਸਿੱਖ ਰਹਿਤ ਮਰਜ਼ਾਦਾ ਵੀ ਜਿਹੜੀ ਆ ਉਹ ਜੋ ਬਿਲਕੁਲ। ਪੜ੍ਹਾਇਆ ਜਾਂਦਾ ਸੀ ਉਹਦੇ ਮੁਤਾਬਕ ਕਰਦੇ ਸੀਗੇ। ਨਾਲੇ ਤੇ ਜਿਹਨੇ ਵੀ ਗੁਰ ਸ਼ਬਦ ਪੜ੍ਹਨਾ ਸਿਖਾਇਆ ਉਹਦਾ ਧੰਨਵਾਦ ਹੈ ਜੀ। ਧੰਨਵਾਦ ਹੈ ਜੀ। ਹਾਂਜੀ। ਤੇ ਉਸ ਸਮੇਂ ਦੇ ਵਿੱਚ ਜਿਵੇਂ ਕਿ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਜ਼ਾਦਾ ਜਿਹੜੀ ਆ ਉਹ ਨਾ ਤਾਂ ਜ਼ਿਆਦਾ ਪ੍ਰਚਾਰ ਹੀ ਹੁੰਦਾ ਸੀ, ਨਾ ਤੇ ਪਤਾ ਹੀ ਸੀ ਸਾਨੂੰ। ਨਾ ਸਾਨੂੰ ਪਤਾ ਹੀ ਸੀ ਵੀ ਅਕਾਲ ਤਖਤ ਦੀ ਮਰਜ਼ਾਦਾ ਜਿਹੜੀ ਆ ਉਹ ਕੀ ਹੁੰਦੀ ਆ। ਕਿਉਂਕਿ ਬਚਪਨ ਦੇ ਵਿੱਚ ਅਸੀਂ ਜਿੱਥੋਂ ਪੜ੍ਹੇ ਹੁੰਦੇ ਆ, ਸਿੱਖੇ ਹੁੰਦੇ ਆ, ਉਹਨਾਂ ਕੀ ਸਾਡਾ ਦਾਇਰਾ ਹੁੰਦਾ ਤੇ ਬਿਲਕੁਲ। ਉਨੀ ਕੀ ਸਮਝ ਹੁੰਦੀ ਆ। ਤੇ ਇਦਾਂ ਕਹਿ ਸਕਦੇ ਹਾਂ ਵੀ ਜਿਵੇਂ ਕਿਸੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਉਣਾ, ਤੇ ਆਪਾਂ ਹਾਂਜੀ। ਇਦਾਂ ਕਹਿ ਸਕਦੇ ਹਾਂ ਵੀ ਟਕਸਾਲ ਨੇ ਸਾਨੂੰ ਤੁਰਨਾ ਸਿਖਾਇਆ। ਤੇ ਬਿਲਕੁਲ। ਪ੍ਰਾਇਮਰੀ ਦੀ ਪੜ੍ਹਾਈ ਸਕੂਲ ਜਿਹੜਾ ਅਸੀਂ ਮੰਨ ਲਓ ਵੀ ਉੱਥੋਂ ਕੀਤਾ। ਤੇ ਉਸ ਤੋਂ ਅੱਗੇ ਫਿਰ ਜਿਵੇਂ ਸਾਡੀ ਸਮਝ ਵੱਧਦੀ ਗਈ, ਅਸੀਂ ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ। ਤੇ ਮੈਂ ਵੀ 2 ਸਾਲ ਦਾ ਪੱਤਰ ਵਿਹਾਰ ਕੋਰਸ ਕੀਤਾ ਤੇ ਗਿਆਨ ਦੇ ਵਿੱਚ ਹੋਰ ਵਾਧਾ ਹੋਇਆ। ਤੇ ਇਦਾਂ ਆਪਾਂ ਕਹਿ ਸਕਦੇ ਹਾਂ ਵੀ ਦਮਦਮੀ ਟਕਸਾਲ ਨੂੰ ਆਪਾਂ ਐਂਡ ਨਹੀਂ ਕਹਿ ਸਕਦੇ ਵੀ ਜੇ ਕੋਈ ਸਿੱਖਿਆ ਜਾਂ ਗੁਰਮਤ ਜੋ ਵੀ ਮਰਜ਼ਾਦਾ ਹੈਗੀ ਆ ਆਪਾਂ ਉਹਨੂੰ ਐਂਡ ਨਹੀਂ ਕਹਿ ਸਕਦੇ। ਹਾਂਜੀ, ਗੁਰਮਤਿ ਵਿਦਿਆ ਦੇ ਕੋਈ ਵੀ ਜਿਹੜੀ ਆ ਉਹ ਐਂਡ ਨਹੀਂ ਹੈਗਾ, ਮਤਲਬ ਯਤਨ ਆ ਤੇ ਗੁਰਸਿੱਖ ਹੋਣ ਉਸ ਦੇ ਤੋਂ ਨਾਲ। ਬਾਅਦ ਜੇ ਦਮਦਮੀ ਟਕਸਾਲ ਤੋਂ ਬਾਅਦ ਅਸੀਂ ਸਿੱਖ ਮਿਸ਼ਨਰੀ ਕਾਲਜ ਦਾ ਕੋਰਸ ਕੀਤਾ, ਸਿੱਖ ਮਿਸ਼ਨਰੀ ਕਾਲਜ ਨਾਲ ਕੋਰਸ ਨਾਲ ਜੁੜੇ ਆ। ਹਾਂਜੀ। ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਿੱਖ ਮਿਸ਼ਨਰੀ ਕਾਲਜ ਦੀ ਸਿੱਖਿਆ ਜਿਹੜੀ ਉਹ ਹੀ ਐਂਡ ਹੈਗੀ ਆ, ਉਸ ਤੋਂ ਅੱਗੇ ਵੀ ਬਹੁਤ ਕੁਝ ਹੈਗਾ ਨਹੀਂ, ਇਹ ਤੇ ਸਾਡੇ ਸਿੱਖਣ ਬਿਲਕੁਲ ਵਾਸਤੇ। ਬੇਸਿਕ ਹੈ ਜੀ। ਮੈਂ ਤੇ ਇਹ ਬੇਨਤੀ ਕਰੂੰਗਾ ਵੀ ਜਿਹੜਾ ਸਿੱਖ ਮਿਸ਼ਨਰੀ ਕਾਲਜ ਦਾ 2 ਸਾਲਾ ਪੱਤਰ ਵਿਹਾਰ ਕੋਰਸ ਹੈ ਨਾ, ਇਹ ਵੀ ਇੱਕ ਬਿਲਕੁਲ ਬੇਸਿਕ ਪਲੇਟਫਾਰਮ ਹੈ ਵੀ ਸਿੱਖ ਨੂੰ ਸਮਝ ਆ ਜਾਂਦੀ ਹੈ ਵੀ ਇਤਿਹਾਸ ਨੂੰ ਕਿਵੇਂ ਸਮਝਣਾ ਹੈ, ਗੁਰਬਾਣੀ ਨੂੰ ਕਿਵੇਂ ਸਮਝਣਾ ਹੈ, ਤੇ ਬੰਦੇ ਦੀ ਸੁਰਤ ਜਿਹੜੀ ਹੈ ਉਹ ਥੋੜੀ ਜੀ ਵਿਕਾਸ ਕਰਦੀ ਹੈ। ਵਿਕਾਸ ਕਰਦੀ ਹੈ ਜੀ। ਤੇ ਉਹਦੇ ਨਾਲ ਫਿਰ ਬੰਦਾ ਅੱਗੇ ਆਪ ਜਿਵੇਂ ਉਮਰ ਦੇ ਨਾਲ ਵੀ, ਤਜਰਬੇ ਦੇ ਨਾਲ ਵੀ, ਤੇ ਪੜ੍ਹਾਈ ਦੇ ਨਾਲ ਵੀ ਅੱਗੇ ਵੱਧਦਾ, ਉਹ ਬੰਦੇ ਨੂੰ ਮੌਕਾ ਮਿਲ ਜਾਂਦਾ ਇੱਕ। ਗਿਆਨੀ ਜੀ ਇੱਕ ਚੀਜ਼ ਹੋਰ ਵੀ ਮਹਿਸੂਸ ਕਰਨ ਵਿੱਚ ਆਈ ਆ ਵੀ ਜਿਹੜੀ ਨਿਸ਼ਕਾਮ ਭਾਵਨਾ ਜਿਹੜੀ ਆ ਉਹ ਵੀ ਸਿੱਖ ਮਿਸ਼ਨਰੀ ਕਾਲਜ ਨਾਲ ਜਦੋਂ ਆਪਾਂ ਜੁੜੇ ਆ ਉਦੋਂ ਹੀ ਪੈਦਾ ਹੋਈ ਆ। ਬਿਲਕੁਲ ਜੀ, ਨਹੀਂ ਤੇ ਸਾਨੂੰ ਇਹੋ ਲਾਲਚ ਹੁੰਦਾ ਵੀ ਜੇ ਕਿਤੇ ਡਿਊਟੀ ਲਾ ਲਈਏ ਜਾਂ ਕਿਤੇ ਕਵੀਸ਼ਰੀ ਕਰ ਲਈਏ ਜਾਂ ਕੁਝ ਵੀ ਕੰਮ ਕਰ ਲਈਏ ਤੇ ਸਾਨੂੰ ਉਹਦੇ ਬਦਲੇ ਕੁਝ ਮਿਲੇ, ਵੀ ਜਿੱਦਾਂ ਕਿ ਭੇਟਾ ਦੇ ਨਾਲ ਹੀ ਆ ਸਾਡਾ, ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਮਨ ਦਿਲ ਜਿਹੜਾ ਉਹ ਜੁੜਿਆ ਹੋਇਆ ਸੀਗਾ। ਤੇ ਨਿਸ਼ਕਾਮ ਸੇਵਾ ਜਿਹੜੀ ਆ ਉਹ ਬਾਅਦ ਵਿੱਚ ਜਿਹੜਾ ਸਾਨੂੰ ਸਿੱਖਿਆ ਮਿਲੀ, ਜੋ ਸਾਡਾ ਸਬਰ ਸੰਤੋਖ ਜਾਂ ਸਿਦਕ ਆਇਆ ਵਾ ਜਾਂ ਸਾਨੂੰ ਸਮਝ ਪਈ ਆ, ਉਹ ਸਿੱਖ ਮਿਸ਼ਨਰੀ ਕਾਲਜ ਨਾਲ ਜੁੜ ਕੇ ਪਈ ਆ ਵੀ ਅਸੀਂ ਆਪਣਾ ਕੰਮਕਾਰ ਕਰਦਿਆਂ ਹੋਇਆਂ ਤੇ ਨਾਲ ਪ੍ਰਚਾਰ ਦੀ ਸੇਵਾ ਜਿਹੜੀ ਆ ਉਹ ਵੀ ਆਪਾਂ ਕਿੱਦਾਂ ਕਰਨੀ ਆ, ਉਹ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਾ। ਨਹੀਂ, ਉਹ ਤੇ ਜ਼ਰੂਰੀ ਹੈ ਜੀ। ਵੇਖੋ, ਜਿਹੜਾ ਤੇ ਰੁਜ਼ਗਾਰ ਆ ਬੰਦੇ ਦਾ, ਭਾਵੇਂ ਕੋਈ ਵੀ ਆ, ਬੰਦੇ ਨੂੰ ਪਹਿਲਾਂ ਆਪਣਾ ਰੁਜ਼ਗਾਰ ਦਾ ਧਿਆਨ ਦੇਣਾ ਪੈਂਦਾ, ਤੇ ਜਿਸ ਤੋਂ ਘਰ ਦਾ ਪਰਿਵਾਰ ਖਰਚਾ ਚੱਲਣਾ। ਪਰ ਉਹਦੇ ਨਾਲ ਨਾਲ ਜਿਹੜਾ ਮਿਸ਼ਨਰੀ ਕਾਲਜ ਦਾ ਉਦੇਸ਼ ਆ ਉਹ ਇਹ ਆ ਵੀ ਬੰਦਾ ਪੜ੍ਹਾਈ ਕਰਕੇ ਤੇ ਕਾਮਯਾਬ ਹੋਵੇ, ਆਪਣਾ ਕਿਰਤਕਾਰ ਕਰੇ, ਉਹਦੇ ਵਿੱਚੋਂ ਨਿਸ਼ਕਾਮ ਸੇਵਾ ਕਰਦਾ ਹੋਇਆ ਦਸਵੰਧ ਵੀ ਕੱਢੇ, ਮਾਇਆ ਦਾ ਵੀ ਤੇ ਸਮੇਂ ਦਾ ਵੀ ਕੱਢੇ, ਤੇ ਤਾਂ ਪ੍ਰਚਾਰ ਹੋ ਸਕਦਾ। ਕਿਉਂਕਿ ਉਹਨਾਂ ਦੀ ਇੱਕ ਭਾਵਨਾ ਹੈ ਕਿ ਜੇ ਅਸੀਂ ਆਪਣੇ ਸਵਾਰਥ ਕਰਕੇ ਇਸ ਲੈਣ ਨਾਲ ਹੀ ਸੰਬੰਧਿਤ ਰਹਿੰਦੇ ਹਾਂ, ਤੇ ਸਵਾਰਥ ਜਿਹੜਾ ਕਈ ਵਾਰੀ ਸਾਨੂੰ ਸਿਧਾਂਤ ਤੋਂ ਥਲਕਾ ਦਿੰਦਾ ਹੈ। ਤੇ ਜਦੋਂ ਅਸੀਂ ਇਹ ਕੋਰਸ ਕਰਦੇ ਹਾਂ, ਸਮਝ ਆਉਂਦੀ ਆ, ਤੇ ਫਿਰ ਸਾਨੂੰ ਇਹ ਪਤਾ ਲੱਗਦਾ ਵੀ ਜਿਹੜੀ ਗੁਰਬਾਣੀ ਦੀ, ਗੁਰਮਤ ਦੀ ਗੱਲ ਕਰਨੀ ਆ, ਸਾਨੂੰ ਗੁਰੂ ਦੇ ਓਟ ਆਸਰੇ ਨਾਲ, ਦ੍ਰਿੜਤਾ ਦੇ ਨਾਲ ਕਰਨੀ ਚਾਹੀਦੀ ਹੈ, ਨਾ ਕਿ ਸਾਨੂੰ ਆਪਣਾ ਸਵਾਰਥ ਜਿਹੜਾ ਉਹ ਅੱਗੇ ਰੱਖਣਾ ਚਾਹੀਦਾ। ਕਿਉਂਕਿ ਬਹੁਤ ਵਾਰੀ ਆਪਾਂ ਵੇਖਦੇ ਹਾਂ ਵੀ ਲੋਕ ਇਹ ਵੇਂਦੇ ਨੇ ਵੀ ਆਪਣੇ ਆਮ ਸਾਡੀ ਸ਼੍ਰੇਣੀ ਦੇ ਕੁਝ ਲੋਕ, ਸਾਰੇ ਨਹੀਂ ਮੈਂ ਕਹਿੰਦਾ,
ਵੀ ਲੋਕ ਕਿਹੜੀ ਗੱਲ ਤੇ ਖੁਸ਼ ਨੇ। ਪਰ ਜਦੋਂ ਅਸੀਂ ਕੋਰਸ ਕੀਤਾ ਹੈ, ਗੁਰਬਾਣੀ ਦੀ ਵਿਚਾਰ ਸਮਝੀ ਹੈ, ਇਤਿਹਾਸ ਨੂੰ ਸਮਝਿਆ, ਮਾਣਮੱਤਾ ਇਤਿਹਾਸ ਵੀ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨਾ ਤਿਆਗ ਕੀਤਾ, ਇਹਨਾਂ ਆਪਣਾ ਸਭ ਕੁਝ ਘਰ-ਬਾਰ ਜਿਹੜਾ ਉਹ ਕੁਰਬਾਨ ਕੀਤਾ ਸਿੱਖੀ ਵਾਸਤੇ। ਤੇ ਅਸੀਂ ਆਪਣੇ ਗੁਰੂ ਦੀ ਗੱਲ ਕਰਨ ਲੱਗਿਆਂ ਆਪਣੇ ਗੁਰਦੁਆਰਿਆਂ ਦੇ ਵਿੱਚ ਹੀ ਜੇ ਨਹੀਂ ਕਰ ਸਕਦੇ, ਕਰਨ ਦੀ ਹਿੰਮਤ ਕਰਦੇ ਤੇ ਕੋਈ ਬਹੁਤੀ ਵਧੀਆ ਗੱਲ ਨਹੀਂ। ਸੋ ਇਸ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹੋ ਹੀ ਮਨ ਵਿੱਚ ਵਿਚਾਰ ਹੁੰਦੀ ਆ ਵੀ ਜਿਹੜੀ ਗੁਰੂ ਦੀ ਗੱਲ ਹੈ, ਜਿਹੜੀ ਗੁਰਮਤਿ ਅਨੁਸਾਰ ਹੈ, ਉਹ ਗੁਰੂ ਕੀ ਸਟੇਜ ਤੇ ਗੁਰੂ ਕੀ ਹਜ਼ੂਰੀ ਵਿੱਚ ਕੀਤੀ ਜਾਵੇ। ਤੇ ਕਦੀ ਬਹੁਤਾ ਖਿਆਲ ਨਹੀਂ ਰੱਖਿਆ ਇਸ ਚੀਜ਼ ਦਾ ਵੀ ਗੁਰਮਤਿ ਦੀ ਗੱਲ ਕੀਤੀ ਹੈ ਤੇ ਕਿਸੇ ਹੋਰ ਮਤ ਦਾ ਖੰਡਨ ਕਰਨਾ ਪਿਆ ਤੇ ਕੋਈ ਨਾਰਾਜ਼ ਨਾ ਹੋ ਜਾਏ, ਕੋਈ ਪ੍ਰਬੰਧਕ, ਕੋਈ ਸੰਗਤ ਦਾ ਜਿਹੜਾ ਪ੍ਰਾਣੀ ਹੈ। ਨਾਰਾਜ਼ਗੀ ਤੋਂ ਮੈਂ ਤੁਹਾਡੀ ਗੱਲ ਟੋਕਦਾ ਗਿਆਨੀ ਜੀ, ਨਾਰਾਜ਼ ਤੋਂ ਮੈਨੂੰ ਯਾਦ ਆਇਆ ਵੀ ਜਦੋਂ ਅਸੀਂ ਦਮਦਮੀ ਟਕਸਾਲ ਨਾਲ ਜੁੜੇ ਹੋਏ ਸੀ ਤੇ ਉਦੋਂ ਅਸੀਂ ਵੀ ਸਿੱਖ ਮਿਸ਼ਨਰੀ ਕਾਲਜ ਦਾ ਵਿਰੋਧ ਕਰਦੇ ਹੁੰਦੇ ਸੀ, ਜਿਵੇਂ ਆਪਾਂ ਸੁਣੀਆਂ ਸੁਣਾਈਆਂ ਗੱਲਾਂ। ਹਾਂਜੀ ਹਾਂਜੀ ਬਿਲਕੁਲ। ਤੇ ਇੱਥੇ ਗੱਲ ਇੱਕ ਇਹ ਸਮਝਣ ਵਾਲੀ ਆ ਵੀ ਇਹ ਨਾ ਤਾਂ ਕੋਈ ਵਿਵਾਦ ਆ, ਨਾ ਕੋਈ ਇੱਕ ਦੂਜੇ ਦਾ ਵਿਰੋਧ ਕਰਨ ਵਾਲੀ ਗੱਲ ਆ, ਇਹ ਤਾਂ ਇੱਕ ਸਟੱਡੀ ਆ, ਸਿੱਖਿਆ ਵਾ, ਸਮਝਣ ਵਾਲੀ ਗੱਲ ਆ। ਬਿਲਕੁਲ ਵੀ ਇੱਕ ਬੰਦਾ ਹੁਣ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਿਆ ਹੋਇਆ ਕਾਲਜ ਵਾਲੇ ਜਾਂ ਯੂਨੀਵਰਸਿਟੀ ਦੇ ਨਾਲ ਬਹਿਸ ਕਰੀ ਜਾਵੇ ਵੀ ਇਹ ਇਦਾਂ ਕਿਦਾਂ। ਤੇ ਉਹ ਜਦੋਂ ਅਸੀਂ ਟਕਸਾਲ ਨਾਲ ਜੁੜੇ ਹੋਏ ਸੀ ਉਦੋਂ ਅਸੀਂ ਵੀ ਸਿੱਖ ਮਿਸ਼ਨਰੀ ਕਾਲਜ ਦਾ ਵਿਰੋਧ ਜਿਹੜਾ ਕਰਦੇ ਰਹੇ ਹਾਂ, ਭਾਵੇਂ ਜ਼ਿਆਦਾ ਤਾਂ ਨਹੀਂ ਸਿੱਧੇ ਤੌਰ ਤੇ, ਪਰ ਫਿਰ ਵੀ ਅਸੀਂ ਕਰਦੇ ਰਹੇ ਹਾਂ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਜਦੋਂ ਅਸੀਂ ਇਹ 2 ਸਾਲ ਦਾ ਕੋਰਸ ਕੀਤਾ ਵਾ, ਜਾਂ ਸਿੱਖ ਮਿਸ਼ਨਰੀ ਕਾਲਜ ਦੀਆਂ ਜਿਹੜੀਆਂ ਸੇਵਾਵਾਂ ਵਾ ਜਾਂ ਉਹ ਕਿਵੇਂ ਪ੍ਰਚਾਰ ਕਰਦੇ ਨੇ, ਆਪਾਂ ਉਹਨਾਂ ਨੂੰ ਜਦੋਂ ਸਮਝਿਆ ਤੇ ਆਪਣੇ ਆਪ ਵਿਰੋਧ ਖਤਮ ਹੋ ਗਿਆ। ਅਸਲ ਵਿੱਚ ਵਿਰੋਧ ਜਿਹੜਾ ਉਹ ਹੈ ਹੀ ਨਾ ਸਮਝੀਦਾ ਵਾ। ਜਦੋਂ ਕਿਸੇ ਦੇ ਬਾਰੇ ਸਾਨੂੰ ਸਮਝ ਪੈ ਜਾਵੇ, ਜਦੋਂ ਉਹਨੂੰ ਜਾਣ ਲਈਏ, ਤਾਂ ਵਿਰੋਧ ਜਿਹੜਾ ਵੀ ਉਹ ਆਪਣੇ ਆਪ ਖਤਮ ਹੋ ਜਾਂਦਾ। ਜੇ ਆਪਾਂ ਸਾਈਡ ਤੇ ਬਹਿ ਕੇ ਅਗਲੇ ਨੂੰ ਬਿਨਾਂ ਜਾਣਕਾਰੀ ਦੇ, ਅਗਲੇ ਨੂੰ ਬਿਨਾਂ ਜਾਣਨ ਤੋਂ, ਬਿਨਾਂ ਪਛਾਣਨ ਤੋਂ ਆਪਾਂ ਵਿਰੋਧ ਕਰੀਏ ਤਾਂ ਉਹ ਫਿਰ ਜਾਇਜ਼ ਨਹੀਂ ਆਪਾਂ ਕਹਿ ਸਕਦੇ। ਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਖੁਦ ਵਿਰੋਧ ਕਰਦੇ ਰਹੇ, ਤੇ ਜਦੋਂ ਇਸ ਵਿਚਾਰਧਾਰਾ ਵਿੱਚ ਆਏ, ਸਾਨੂੰ ਗੁਰਮਤਿ ਦੀ ਸਮਝ ਪਈ, ਤਾਂ ਆਪ ਵਿਰੋਧ ਦਾ ਸ਼ਿਕਾਰ ਹੋਏ। ਸਾਨੂੰ ਬਹੁਤ ਵਿਰੋਧ ਜਿਹੜਾ ਉਹ ਝੱਲਣਾ ਪਿਆ, ਹਰ ਥਾਂ ਤੇ, ਪਿੰਡ ਦੇ ਵਿੱਚ ਵੀ ਜਾਂ ਹੋਰ ਕਿਤੇ ਵੀ ਸਾਨੂੰ ਜਿਹੜਾ ਵਿਰੋਧ ਆ ਉਹ ਝੱਲਣਾ ਪਿਆ। ਤੇ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਬੇਨਤੀ ਕਰੂੰਗਾ, ਤੇ ਜਿੰਨੇ ਵੀ ਸਾਡੇ ਪਿਆਰੇ ਵੀਰ ਉਹ ਕਿਸੇ ਵੀ ਸੰਸਥਾ ਦੇ ਵਿੱਚ ਪੜ੍ਹਦੇ ਨੇ, ਇਹ ਮੈਂ ਬੇਨਤੀ ਕਰਨੀ ਚਾਹੂੰਗਾ ਹੱਥ ਜੋੜ ਕੇ ਵੀ ਇਹ ਕੋਈ ਵਿਵਾਦ ਦਾ ਜਾਂ ਵਿਰੋਧ ਦਾ ਵਿਸ਼ਾ ਨਹੀਂ ਆ। ਇਹ ਤਾਂ ਇੱਕ ਸਿੱਖਿਆ ਵਾ, ਗਿਆਨ ਵਾ ਵੀ ਆਪਾਂ ਜੇ ਸਾਨੂੰ ਦਮਦਮੀ ਟਕਸਾਲ ਤੋਂ ਲੈ ਰਹੇ ਹਾਂ ਤੇ ਉਸ ਤੋਂ ਉੱਪਰ ਵੀ ਜੇ ਸਾਨੂੰ ਕੋਈ ਕਿਤਾਬ ਪੜ੍ਹਨੀ ਪੈਂਦੀ ਆ ਕਿਸੇ ਵਿਦਵਾਨ ਦੀ, ਚਾਹੇ ਉਹ ਸਿੱਖ ਮਿਸ਼ਨਰੀ ਕਾਲਜ ਦੀ ਹੋਵੇ ਜਾਂ ਉਹ ਸੰਤ ਮਸਕੀਨ ਸਿੰਘ ਜੀ ਦੀ ਹੋਵੇ, ਪਿੰਦਰਪਾਲ ਸਿੰਘ ਜੀ ਦੀ ਹੋਵੇ, ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਹੋਣ, ਜਾਂ ਮਤਲਬ ਹੋਰ ਵੀ ਕਿਸੇ ਸੰਸਥਾ ਦੀ ਕਿਤਾਬ ਜਿਹੜੀ ਆ ਵੀ ਆਪਾਂ ਮਤਲਬ ਆਪਣੇ ਗਿਆਨ ਵਾਸਤੇ, ਜਾਣਕਾਰੀ ਵਾਸਤੇ ਆਪਾਂ ਕੋਈ ਵੀ ਕਿਤਾਬ ਪੜ੍ਹ ਸਕਦੇ ਆ। ਤੇ ਇਦਾਂ ਸੁਣਨ ਨੂੰ ਮਿਲਦਾ, ਵੇਖਣ ਨੂੰ ਮਿਲਦਾ ਵੀ ਜਿੱਦਾਂ ਹੁਣ ਸਾਡੇ ਸੰਪਰਦਾਈ ਵੀਰ ਆ ਉਹ ਕਹਿੰਦੇ ਵੀ ਇਹਨਾਂ ਦੀਆਂ ਕਿਤਾਬਾਂ ਨੂੰ ਆਪਾਂ ਪੜ੍ਹਨਾ ਹੀ ਨਹੀਂਗਾ, ਵੀ ਜਿਵੇਂ ਆਪਾਂ ਨੂੰ ਕੋਈ ਐਲਰਜੀ ਹੋ ਜਾਣੀ ਹੁੰਦੀ ਹੈ। ਤੇ ਅਸੀਂ ਇਹ ਸ਼ੁਰੂ ਤੋਂ ਵਿਚਾਰ ਬਣਾਈ ਆ ਵੀ ਅਸੀਂ ਸਾਰੀਆਂ ਕਿਤਾਬਾਂ ਪੜ੍ਹੀਆਂ, ਆਪਾਂ ਟਕਸਾਲ ਦੀਆਂ ਵੀ ਕਿਤਾਬਾਂ ਪੜ੍ਹਦੇ ਆ। ਸ਼ੁਰੂਆਤ ਉੱਥੋਂ ਕੀਤੀ ਆ। ਉਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਦੀਆਂ ਕਿਤਾਬਾਂ ਪੜ੍ਹੀਆਂ, ਮਹਾਨ ਕੋਸ਼ ਪੜ੍ਹਿਆ, ਤੇ ਹੁਣ ਵੀ ਅਸੀਂ ਦਮਦਮੀ ਟਕਸਾਲ ਦੀਆਂ ਕਿਤਾਬਾਂ ਪੜ੍ਹਦੇ ਆ। ਜਾਂ ਬਹੁਤ ਸੋਹਣਾ ਕੀਰਤਨ, ਜਿਹੜੇ ਕੀਰਤਨੀ ਜਥੇ ਦਮਦਮੀ ਟਕਸਾਲ ਦੇ ਵਿੱਚ ਆ, ਉਹ ਕੀਰਤਨ ਬਹੁਤ ਸੋਹਣਾ ਕਰਦੇ ਆ। ਤੇ ਹੁਣ ਵੀ ਕਦੀ ਕਦੀ ਮਨ ਕਰਦਾ ਅਸੀਂ ਕੀਰਤਨ ਵੀ ਸੁਣਦੇ ਆ। ਤੇ ਟਕਸਾਲ ਦੇ ਵਿੱਚ ਬੜੇ ਪਿਆਰੇ ਪਿਆਰੇ ਰਾਗੀ ਹੋਏ ਆ, ਕੁਲਬੀਰ ਸਿੰਘ ਜੀ ਹੋਏ ਆ, ਤੇ ਉਸ ਕਾਰਜ ਸਿੰਘ ਹੋਣੀ ਹੋਏ ਆ, ਇੱਕ ਛੋਟਾ ਵੀਰ, ਇੱਕ ਇੰਦਰਜੀਤ ਸਿੰਘ ਜੀ ਜਿਹੜਾ ਚੜ੍ਹਾਈ ਕਰ ਗਿਆ, ਉਹ ਵੀ ਬਹੁਤ ਕਮਾਲ ਦਾ ਕੀਰਤਨ ਕਰਦੇ ਸੀ। ਮਤਲਬ ਬਹੁਤ ਵਧੀਆ ਕੀਰਤਨੀਏ ਜਿਹੜੇ ਆ ਉਹ ਟਕਸਾਲ ਦੇ ਵਿੱਚ ਹੋਏ ਆ, ਤੇ ਅਸੀਂ ਅਜੇ ਵੀ ਉਹਨਾਂ ਨੂੰ ਸੁਣਦੇ ਆ। ਇਹ ਜ਼ਰੂਰੀ ਨਹੀਂ ਵੀ ਅਸੀਂ ਸਿੱਖ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਹੋ ਗਏ ਆ ਤੇ ਹੁਣ ਅਸੀਂ ਉਹਨਾਂ ਨੂੰ ਮਾੜਾ ਸਮਝਦੇ ਆ ਜਾਂ ਉਹਨਾਂ ਨਾਲ ਵਿਰੋਧ ਕਰਦੇ ਆ। ਅਸੀਂ ਹੁਣ ਵੀ ਉਹਨਾਂ ਨੂੰ ਸੁਣਦੇ ਆ। ਤੇ ਇੱਥੇ ਮੈਂ ਇੱਕ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਵੀ ਵੀਰ ਸਹੀ ਗੁਰਮਤਿ ਦੀ ਜਾਣਕਾਰੀ ਲੈਣਾ ਚਾਹੁੰਦੇ ਆ, ਜਾਂ ਉਹਨਾਂ ਦੇ ਮਨ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਤੀ ਕੋਈ ਵੈਰ ਵਿਰੋਧ ਲੱਗਦਾ, ਜਾਂ ਉਹਨਾਂ ਨੂੰ ਕੋਈ ਗਲਤ ਭਾਵਨਾ ਲੱਗਦੀ ਆ, ਤੇ ਮੈਂ ਇੱਥੇ ਇੱਕ ਇਹ ਗੱਲ ਮੈਂਸ਼ਨ ਕਰਨੀ ਚਾਹੁੰਦਾ ਵੀ ਉਹ ਸਭ ਤੋਂ ਪਹਿਲਾਂ ਉਹ ਪੱਤਰ ਵਿਹਾਰ ਕੋਰਸ ਜ਼ਰੂਰ ਕਰਨ। ਉਹ ਭਾਵੇਂ ਨਾਨਕਸਰ ਨਾਲ ਜੁੜੇ ਹੋਣ, ਚਾਹੇ ਦਮਦਮੀ ਟਕਸਾਲ ਨਾਲ, ਜਾਂ ਕਿਸੇ ਵੀ ਜਥੇਬੰਦੀ ਨਾਲ ਜੁੜੇ ਹੋਣ। ਜਿਹੜਾ 10-12 ਕਲਾਸਾਂ ਪੜ੍ਹਿਆ ਨੌਜਵਾਨ ਆ, ਸਾਡਾ ਵੱਡਾ ਤੇ ਛੋਟਾ ਵੀਰ ਆ, ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਹੋਰ ਗਿਆਨ ਵਿੱਚ ਵਾਧਾ ਕਰਨ ਵਾਸਤੇ ਉਹਨਾਂ ਨੂੰ ਸਿੱਖ ਮਿਸ਼ਨਰੀ ਕਾਲਜ ਦੀਆਂ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ, ਤੇ ਉਹਨਾਂ ਨੂੰ 2 ਸਾਲ ਦਾ ਪੱਤਰ ਵਿਹਾਰ ਕੋਰਸ ਜਿਹੜਾ ਉਹ ਵੀ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਸਾਡੇ ਜੀਵਨ ਵਿੱਚ ਵੀ ਬਹੁਤ ਤਬਦੀਲੀ ਆਈ ਆ। ਤੇ ਗਿਆਨ ਵਿੱਚ ਵਾਧਾ ਕਰਨ ਵਾਸਤੇ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ
ਵੀ ਜਿੰਨੇ ਵੀਰ ਜਾਂ ਕਿਸੇ ਵੀ ਜਥੇ ਵਿੱਚ ਜਾਣ ਦੀ ਸੋਚ ਰਹੇ ਨੇ ਜਾਂ ਉਹ ਕਿਸੇ ਵੀ ਜਥੇ ਵਿੱਚ ਆਲਰੇਡੀ ਰਹਿ ਰਹੇ ਨੇ, ਤੇ ਉਹਨਾਂ ਨੂੰ ਇਹ ਬੇਨਤੀ ਆ ਵੀ ਉਹ ਇੱਕ ਵਾਰੀ ਪੱਤਰ ਵਿਹਾਰ ਕੋਰਸ ਜਿਹੜਾ ਉਹ ਜ਼ਰੂਰ ਕਰ ਲੈਣ। ਇਹ ਕੋਈ ਕਾਲਾ ਇਲਮ ਤਾਂ ਹੈ ਨਹੀਂ ਆ ਵੀ ਕਾਲਾ ਇਲਮ ਦਾ ਜਾਦੂ ਚੱਲ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ। ਤੇ ਇਹ ਤੇ ਇੱਕ ਕਿਤਾਬਾਂ ਨੇ, ਇਤਿਹਾਸ ਆ, ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥ ਨੇ ਤੇ ਇਤਿਹਾਸ ਆ ਵੀ ਆਪਾਂ ਉਹਨੂੰ ਪੜ੍ਹ ਕੇ ਉਹਦੇ ਮੁਤਾਬਕ ਆਪਣੀ ਮਰਜ਼ੀ ਆ ਵੀ ਅਸੀਂ ਉਹਨੂੰ ਕਿਵੇਂ ਐਕਸੈਪਟ ਕਰਨਾ ਹੈ। ਇਹ ਕੋਈ ਬਹੁਤ ਜ਼ਿਆਦਾ ਕੋਈ ਜ਼ਹਿਰੀਲੀ ਚੀਜ਼ ਤਾਂ ਹੈ ਨਹੀਂ ਜਾਂ ਕੋਈ ਕਾਲਾ ਇਲਮ ਤਾਂ ਹੈ ਨਹੀਂ ਵੀ ਸਾਨੂੰ ਅਸਰ ਕਰ ਜਾਊਗਾ। ਹਾਂਜੀ, ਹਰ ਬੰਦੇ ਨੂੰ ਮਤ ਬੁੱਧ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੀ ਹੋਈ ਆ। ਤੇ ਮੈਂ ਤੇ ਬੇਨਤੀ ਕਰਾਂਗਾ ਵੀ ਜੇ ਕੋਰਸ ਵੀ ਅਜੇ ਨਹੀਂ ਤੇ ਪਹਿਲਾਂ ਜਿਹੜਾ ਸਿੱਖ ਫੁਲਵਾੜੀ ਮਾਸਕ ਪੱਤਰ ਹੈ ਨਾ, ਉਹ ਸਾਰਿਆਂ ਨੂੰ ਸਾਨੂੰ ਲਵਾ ਲੈਣਾ ਚਾਹੀਦਾ। ਤੇ ਭਾਵੇਂ ਕੋਈ ਕਿਸੇ ਵੀ ਪੱਖ ਦਾ, ਕਿਸੇ ਵੀ ਜਥੇਬੰਦੀ ਦਾ ਸਿੰਘ ਆ, ਪਰਿਵਾਰ ਹੈ ਗੁਰਸਿੱਖ, ਤੇ ਉਹ ਪੱਤਰ ਵਿਹਾਰ ਪੜ੍ਹਦੇ ਆ, ਜਿਹੜੀ ਚੀਜ਼ ਤੁਹਾਨੂੰ ਲੱਗੇ ਵੀ ਇਹ ਠੀਕ ਨਹੀਂ ਲੱਗਦੀ ਸਾਨੂੰ, ਉਹਦਾ ਸਵਾਲ ਲਿਖ ਕੇ ਬਕਾਇਦਾ ਕਾਲਜ ਨੂੰ ਭੇਜਿਆ ਜਾਵੇ ਵੀ ਆਹ ਕੀ ਆ। ਉਹਦਾ ਬਕਾਇਦਾ ਆਨਸਰ ਦਿੰਦੇ ਨੇ, ਬਕਾਇਦਾ ਸਵਾਲ ਜਵਾਬ ਛਾਪਦੇ ਨੇ, ਤੇ ਕਾਫੀ ਕਨਫਿਊਜ਼ਨ ਜਿਹੜੇ ਨੇ ਉਹ ਕਲੀਅਰ ਹੋ ਜਾਂਦੇ ਨੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤੇ ਦੂਸਰਾ, ਮੈਂ ਇੱਕ ਚੀਜ਼ ਵਿੱਚੋਂ ਵਿਸਰ ਗਿਆ ਸੀ ਭਈ ਜਦੋਂ ਮੈਂ ਕਥਾ ਕਰਨੀ ਸ਼ੁਰੂ ਕੀਤੀ ਆ ਤੇ ਅੰਮ੍ਰਿਤ ਰਸ 2 ਭਾਗਾਂ ਦੇ ਵਿੱਚ ਟਕਸਾਲ ਦੀਆਂ ਪੋਥੀਆਂ ਨੇ, ਜਿਹਦੇ ਵਿੱਚ ਮੇਰੇ ਖਿਆਲ 54 ਹੁਕਮਨਾਮੇ ਜਾਂ 52, ਥੋੜਾ ਜਿਹਾ ਇਹਦੇ ਵਿੱਚ ਹੈ ਹੁਕਮਨਾਮੇ, ਮੇਰੇ ਖਿਆਲ 52 ਹੁਕਮਨਾਮਿਆਂ ਦੀ ਕਥਾ 2 ਭਾਗਾਂ ਦੇ ਵਿੱਚ ਆ। ਤੇ ਉਹ ਬਕਾਇਦਾ ਮੈਂ ਸ਼ੁਰੂਆਤ ਜਿਹੜੀ ਆ ਉਹਨੂੰ ਪੜ੍ਹਿਆ ਤੇ ਉਹਨਾਂ ਸ਼ਬਦਾਂ ਦੀ ਵਿਆਖਿਆ ਜਿਵੇਂ ਵੀ ਕੀਤੀ ਜਾਂਦੀ ਆ ਪੋਥੀਆਂ 'ਚ ਲਿਖੀ ਆ। ਤੇ ਪਹਿਲਾਂ ਮੈਂ ਉੱਥੋਂ ਸ਼ੁਰੂਆਤ ਕੀਤੀ, ਉਹਨੂੰ ਸਮਝਿਆ। ਫਿਰ ਉਸ ਤੋਂ ਅੱਗੇ ਜਿਵੇਂ ਜਿਵੇਂ ਗੁਰ ਸ਼ਬਦ ਨੂੰ ਪੜ੍ਹਨਾ ਸਮਝਣ ਦੀ ਸੋਝੀ ਪ੍ਰਾਪਤ ਹੋਈ, ਮਿਸ਼ਨਰੀ ਕਾਲ ਦੇ ਕੋਰਸ ਦੌਰਾਨ ਪ੍ਰਾਪਤ ਹੋਈ, ਉਸ ਤੋਂ ਅੱਗੇ ਵਧੇ ਹਾਂ। ਤੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਹੈ ਵੀ ਜਿਹੜੀ ਵਿਦਿਆ ਉਹ ਕਿਸੇ ਵੀ ਜਥੇਬੰਦੀ ਦੀਆਂ ਕਿਤਾਬਾਂ ਤੋਂ, ਉਹਨਾਂ ਦੀ ਸੰਗਤ ਤੋਂ ਲਈ ਜਾ ਸਕਦੀ ਆ। ਪਰ ਜਿਹੜਾ ਅਸੀਂ ਦਰਵਾਜ਼ਾ ਬੰਦ ਕਰ ਲੈਂਦੇ ਆ ਵੀ ਇਹਨਾਂ ਨੂੰ ਨਾ ਪੜ੍ਹਿਓ, ਇਹਨਾਂ ਨੂੰ ਨਾ ਸੁਣਿਓ, ਇਹ ਜਿਹੜਾ ਇਹ ਸਾਡੀ ਇੱਕ ਸਕਰੀਨਤਾ ਹੈ ਜਾਂ ਸਾਨੂੰ ਡਰ ਸਤਾਉਂਦਾ ਵੀ ਕੋਈ ਬੰਦਾ ਆਪਣੇ ਦਾਇਰੇ ਤੋਂ ਬਾਹਰ ਨਾ ਚਲਿਆ ਜਾਵੇ ਜਾਂ ਉਹਨੂੰ ਕੋਈ ਸੱਚ ਦੀ ਸਮਝ ਨਾ ਆ ਜਾਵੇ। ਤੇ ਇਸ ਕਰਕੇ ਮੈਂ ਤਾਂ ਸਾਰਿਆਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਲਿਟਰੇਚਰ ਆ ਉਹ ਸਾਨੂੰ ਪੜ੍ਹਨ ਦਾ ਸੁਭਾਅ ਬਣਾਉਣਾ ਚਾਹੀਦਾ। ਜਿੱਥੇ ਜਿੱਥੇ ਪ੍ਰੇਰਨਾ ਕਰਕੇ ਗੁਰਦੁਆਰਿਆਂ ਵਿੱਚ ਵੀ ਲਾਇਬ੍ਰੇਰੀਆਂ ਕਾਇਮ ਕੀਤੀਆਂ ਨੇ, ਤੇ ਮੈਨੂੰ ਲੱਗਦਾ ਵੀ ਕੋਈ 1 ਜਾਂ 2% ਕੋਈ ਗੁਰਮੁਖ ਪਿਆਰੇ ਪਰਿਵਾਰ ਨੇ ਜਿਹੜੇ ਕਿਤੇ ਪੜ੍ਹਨ ਵਾਸਤੇ ਕੋਈ ਕਿਤਾਬ ਮੰਗਣ, ਨਹੀਂ ਤੇ ਸਾਡੇ ਵਿੱਚ ਪੜ੍ਹਨ ਦਾ ਰੁਝਾਨ ਬਹੁਤ ਘੱਟ ਹੈ। ਗੁਰਦੁਆਰਿਆਂ ਵਿੱਚ ਵੀ ਗਿਆਨੀ ਜੀ ਅਸੀਂ 30-30, 50-50 ਲੱਖ ਰੁਪਈਆ ਗੁਰਦੁਆਰਿਆਂ ਤੇ ਲਾ ਦਿੱਤਾ ਵਾ, ਪਰ ਪਿੰਡਾਂ ਦੇ ਵਿੱਚ ਸਾਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਵੀ ਅਸੀਂ ਭਾਵੇਂ ਕਰੋੜ ਰੁਪਈਏ ਦਾ ਗੁਰਦੁਆਰਾ ਬਣਾ ਲਈਏ, ਚਾਹੇ ਉੱਥੇ ਸੋਨੇ ਦੀ ਪਾਲਕੀ ਲਾ ਰਹੀਏ, ਤੇ ਜਿਨ੍ਹਾਂ ਤੱਕ ਅਸੀਂ ਗੁਰਮਤਿ ਦਾ ਪ੍ਰਚਾਰ ਨਹੀਂ ਕਰਦੇ ਜਾਂ ਉੱਥੇ ਕੋਈ ਪੜ੍ਹਿਆ ਲਿਖਿਆ ਜਾਂ ਸੁਚੱਜਾ ਜਿਹੜਾ ਬੱਚਿਆਂ ਨੂੰ ਪੜ੍ਹਾ ਸਕੇ, ਇਹੋ ਜਿਹਾ ਗ੍ਰੰਥੀ ਉੱਥੇ ਆਪਾਂ ਨਿਯੁਕਤ ਨਹੀਂ ਕਰਦੇ। ਤੇ ਮੈਨੂੰ ਲੱਗਦਾ ਵੀ ਆਪਾਂ ਭਾਵੇਂ ਜਿੰਨੇ ਮਰਜ਼ੀ ਲੱਖ ਕਰੋੜ ਜਾਂ ਸੋਨੇ ਦੀਆਂ ਪਾਲਕੀਆਂ ਲਾਈਏ, ਸ਼ਾਇਦ ਕੋਈ ਲਾਭ ਹੋਵੇ। ਤੇ ਇਹੋ ਘਾਟ ਕਰਕੇ ਸਾਡੀ ਕੌਮ ਦੀ ਜਿਹੜੀ ਹਾਲਤ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਸਾਡੀ ਅਸਲੀ ਨਾ ਇੱਕ ਮੈਂਟੈਲਿਟੀ ਬਣੀ ਹੋਈ ਆ ਵੀਰ ਜੀ ਵੀ ਆਪਣੇ ਗੁਰੂ ਘਰ ਬਣਾਇਆ ਤੇ ਸਾਨੂੰ ਸਿਰਫ ਇੰਨਾ ਹੀ ਹੁੰਦਾ ਵਾ ਵੀ ਉੱਥੇ ਸਵੇਰੇ ਪ੍ਰਕਾਸ਼ ਕਰਕੇ ਸੋਮਨੀ ਸਾਹਿਬ ਪੜ੍ਹਨ ਵਾਲਾ, ਜਪਜੀ ਸਾਹਿਬ ਪੜ੍ਹਨ ਵਾਲਾ ਸਿੰਘ ਚਾਹੀਦਾ, ਤੇ ਸ਼ਾਮ ਨੂੰ ਰਹਿਲਾ ਸਾਹਿਬ ਕਰਦੇ ਸਪੀਕਰ ਦੇ ਵਿੱਚ ਵੀ ਪਾਠ ਹੋ ਗਿਆ, ਤੇ ਬਸ ਓਨਾ ਹੀ ਅਸੀਂ ਸਮਝਦੇ ਹਾਂ ਵੀ ਗੁਰਦੁਆਰੇ ਦਾ ਜਿਹੜਾ ਮਕਸਦ ਆ ਉਹ ਇੰਨਾ ਹੀ ਆ। ਪਰ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਗੁਰਦੁਆਰਾ ਜਿਹੜਾ ਉਹ ਟਕਸਾਲ ਆ, ਪਾਠਸ਼ਾਲਾ ਵਾ, ਤੇ ਉੱਥੇ ਅਸੀਂ ਜੀਵਨ ਜਾਚ ਸਿੱਖਣੀ ਆ ਗੁਰਮਤਿ ਗਿਆਨ ਦੀ ਸੋਝੀ ਪ੍ਰਾਪਤ ਕਰਕੇ। ਸੋ ਇਹ ਬੜਾ ਜ਼ਰੂਰੀ ਆ ਵੀ ਯੋਗ ਪ੍ਰਚਾਰਕ ਜਿੱਥੇ ਗੁਰੂ ਘਰ ਆ ਉੱਥੇ ਹੋਵੇ, ਤੇ ਨਾਲ ਨਾਲ ਬੱਚਿਆਂ ਦੀਆਂ ਕਲਾਸਾਂ ਦਾ ਪ੍ਰਬੰਧ ਹੋਵੇ, ਉਹਨਾਂ ਨੂੰ ਗੁਰਮਤਿ ਸਿੱਖਿਆ ਦਿੱਤੀ ਜਾਵੇ, ਗੁਰਬਾਣੀ ਦੀ ਸੰਥਿਆ ਦਿੱਤੀ ਜਾਵੇ, ਜਿਹਦੇ ਨਾਲ ਭਾਵੇਂ ਕਿਸੇ ਵੀ ਲਾਈਨ ਵਿੱਚ ਵਿਚਰਨ ਪਰ ਉਹ ਜਿੱਥੇ ਵੀ ਦੇਸ਼ ਵਿਦੇਸ਼ ਹੋਣ, ਇਹ ਜੇ ਗੁਰਸਿੱਖ ਉਹ ਆਪਣੀ ਜੀਵਨ ਜਾਚ ਜਿਉਂਦਿਆਂ ਹੋਇਆਂ ਦੂਜਿਆਂ ਨੂੰ ਵੀ ਪ੍ਰੇਰਨਾ ਕਰ ਸਕਣ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਜਦੋਂ ਤੁਸੀਂ 2-3 ਸਾਲ ਦਾ ਸਮਾਂ ਲਗਭਗ ਬੱਚਿਆਂ ਨੂੰ ਉੱਥੇ ਪੜ੍ਹਾਉਂਦੇ ਰਹੇ, ਤੇ ਬੱਚਿਆਂ ਦਾ ਕੀ ਰਿਸਪੌਂਸ ਰਿਹਾ, ਕਿਵੇਂ ਬੱਚਿਆਂ ਨੇ ਗੁਰਮਤਿ ਸਿੱਖਿਆ ਗ੍ਰਹਿਣ ਕਰਨ ਦਾ ਚਾਅ ਜਿਹੜਾ ਉਹ ਦਿਖਾਇਆ, ਤੇ ਕਿੰਨੇ ਕੁ ਬੱਚੇ ਸਨ ਜਿਹੜੇ ਉਹ ਸੇਵਾ ਆਪਣੇ ਗੁਰਮਤਿ ਸਿੱਖਦੇ ਰਹੇ ਨੇ, ਉਹਦੇ ਬਾਰੇ ਕੋਈ 2 ਕਮੈਂਟ। ਹਾਂਜੀ, ਬਸ 2 ਕਮੈਂਟ। ਆਪਣੀ ਵੀਡੀਓ ਵੀ ਜਿਹੜੀ ਆ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ, ਤੇ ਜਿਹੜਾ ਮੇਰਾ ਤਜਰਬਾ ਰਿਹਾ ਬੱਚਿਆਂ ਨੂੰ ਪੜ੍ਹਾਉਣ ਦਾ ਉਹ ਬਹੁਤ ਵਧੀਆ ਤਜਰਬਾ ਰਿਹਾ। ਹਾਂਜੀ, ਤੇ ਬੱਚਿਆਂ ਦਾ ਬਹੁਤ ਵਧੀਆ ਰਿਸਪੌਂਸ ਸੀਗਾ, ਮਤਲਬ ਪੇਰੈਂਟਸ ਨਾਲੋਂ ਵੀ ਬੱਚਿਆਂ ਦਾ ਬਹੁਤ ਜ਼ਿਆਦਾ, ਮਤਲਬ ਪੇਰੈਂਟਸ ਨੂੰ ਵੀ ਬੜਾ ਚਾਅ ਸੀ, ਖੁਸ਼ੀ ਸੀ ਵੀ ਸਾਡੇ ਬੱਚੇ ਕੋਈ
ਗੁਰਮਤਿ ਦੀ ਪੜ੍ਹਾਈ ਕਰਦੇ ਆ ਚੰਗੇ ਪਾਸੇ ਲੱਗ ਰਹੇ ਤੇ ਆ। ਤੁਸੀਂ ਇਹ ਵੇਖੋ ਵੀ ਜਦੋਂ ਬੱਚੇ ਸਕੂਲ ਤੋਂ ਆਉਂਦੇ ਸੀ ਨਾ ਹਾਂਜੀ ਤੇ ਬੱਚੇ ਸਕੂਲ ਤੋਂ ਆ ਕੇ ਆਪਣਾ ਰੋਟੀ ਪਾਣੀ ਖਾ ਕੇ ਤੇ ਸ਼ਾਮ ਨੂੰ ਜਿਵੇਂ 5 ਤੋਂ 6 ਦਾ ਮੈਂ ਸਮਾਂ ਰੱਖਿਆ ਹੁੰਦਾ ਸੀ ਤੇ ਬੱਚੇ ਭੱਜਦੇ ਸੀ ਮੇਰੇ ਘਰ ਵੱਲ ਨੂੰ ਵੀ ਮਤਲਬ ਅਸੀਂ ਜਾ ਕੇ ਪੜ੍ਹਨਾ ਵਾ, ਅਸੀਂ ਕਲਾਸ ਲਾਉਣੀ ਆ। ਹਾਂਜੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਸੀ ਵੀ ਪੂਰੇ ਹਫਤੇ ਦਾ ਹੀ ਸਕੈਜੂਲ ਬਣਾਇਆ ਸੀ, ਜਿਵੇਂ ਆਪਾਂ ਸਕੂਲਾਂ ਦੇ ਵਿੱਚ ਪੀਰੀਅਡ ਬਣਾਉਂਦੇ ਆ ਤੇ ਹਾਂਜੀ ਪੂਰੇ ਹਫਤੇ ਦਾ ਹੀ ਸਕੈਜੂਲ ਬਣਾਇਆ ਸੀ ਵੀ ਇੱਕ ਦਿਨ ਗੁਰਬਾਣੀ ਸ਼ਬਦ, ਸਿੱਖ ਰਹਿਤ ਮਰਜ਼ਾਦਾ, ਇਤਿਹਾਸ ਤੇ ਸਾਰਾ ਕੁਝ ਜਿਹੜਾ ਉਹ ਇੱਕ ਸਕੈਜੂਲ ਬਣਾ ਕੇ ਤੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ। ਬਹੁਤ ਵਧੀਆ ਤਜਰਬਾ ਰਿਹਾ ਬੱਚਿਆਂ ਨੂੰ ਪੜ੍ਹਾਉਣ ਦਾ, ਔਰ ਬਿਲਕੁਲ ਮੈਨੂੰ ਸ਼ੌਂਕ ਵੀ ਬੜਾ ਆ ਕਿ ਅੱਗੇ ਬੱਚਿਆਂ ਨੂੰ ਪੜ੍ਹਾਉਣ ਦਾ। ਚਲੋ ਮਾਲਕ ਕਿਰਪਾ ਕਰਨਗੇ, ਫਿਰ ਦੁਬਾਰਾ ਕਿਤੇ ਮੌਕਾ ਮਿਲਿਆ ਤਾਂ ਇਸੇ ਤਰ੍ਹਾਂ ਸੇਵਾ ਨਿਭਾਵਾਂਗੇ। ਹੁਣ ਖਾਲਸਾ ਦਰਬਾਰ ਦੇ ਵਿੱਚ ਵੀ ਆਪਾਂ ਪੰਜਾਬੀ ਦੀ ਕਲਾਸ ਜਿਹੜੀ ਉਹ ਲਾਉਂਦੇ ਰਹੇ ਹਾਂ, ਕਰੋਨਾ ਦਾ ਕਰਕੇ ਥੋੜਾ ਬੰਦ ਹੋਈ ਹੈ। ਹਰ ਸਾਲ ਕੈਂਪ ਤੇ ਆਪਾਂ 2 ਵੀਕ ਦਾ ਸੋ ਲਾਉਂਦੇ ਲਾਸਟ ਦੇ ਵਿੱਚ ਇਹ ਵੀ ਬੇਨਤੀ ਆ ਜੀ ਕਿ ਕਿਸੇ ਵੀ ਬੰਦੇ ਨੂੰ ਜਾਂ ਸੰਸਥਾ ਨੂੰ ਜਾਣਨ ਤੋਂ ਬਿਨਾਂ ਉਹਦਾ ਵਿਰੋਧ ਕਰਨਾ ਜਾਂ ਸਾਨੂੰ ਵਿਵਾਦ ਕਰਨਾ ਨਹੀਂ ਚਾਹੀਦਾ। ਸਾਨੂੰ ਹਰ ਇੱਕ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਵਾ। ਬੇਨਤੀ ਆ ਵੀ ਸਿੱਖ ਮਿਸ਼ਨਰੀ ਕਾਲ ਦਾ ਕੋਰਸ ਜਿਹੜਾ ਪੱਤਰ ਵਿਹਾਰ, ਕਿਉਂਕਿ ਜੇ ਅਸੀਂ ਦਮਦਮੀ ਟਕਸਾਲ ਦੇ ਸਾਨੂੰ ਕਿਸੇ ਨੇ ਪੁੱਛ ਨਹੀਂ ਕੀਤਾ, ਬਿਲਕੁਲ ਸਾਨੂੰ ਕਿਸੇ ਨੇ ਦਬਾਅ ਨਹੀਂ ਪਾਇਆ, ਸਾਨੂੰ ਕਿਸੇ ਨੇ ਸਾਨੂੰ ਯਤਨ ਨਹੀਂ ਕੀਤਾ, ਕਿਸੇ ਨੇ ਬਾਂਹ ਫੜ ਕੇ ਨਹੀਂ ਆਖਿਆ ਵੀ ਤੁਸੀਂ ਕੋਰਸ ਕਰੋ। ਅਸੀਂ ਨੈਚੁਰਲੀ ਆਪਣੇ ਆਪ ਹੀ ਮਤਲਬ ਅਸੀਂ ਉਹ ਕੋਰਸ ਕੀਤਾ ਤੇ ਅਸੀਂ ਇਹ ਸਿੱਖਿਆ ਜਿਹੜੀ ਉਹ ਗੁਰਮਤਿ ਲਈ ਆ। ਤੇ ਇਸ ਕਰਕੇ ਸਾਰਿਆਂ ਨੂੰ ਲੈਣੀ ਚਾਹੀਦੀ, ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ, ਭੈਣਾਂ ਨੂੰ ਬੇਨਤੀ ਆ। ਵੀਡੀਓ ਲੰਬੀ ਹੋ ਜਾਣੀ ਆ, ਨਹੀਂ ਤੇ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਫਿਰ ਕਿਤੇ ਆਪਾਂ ਸਾਂਝੀਆਂ ਕਰ ਲਵਾਂਗੇ। ਸੋ ਇੱਥੇ ਹੀ ਆਪਾਂ ਵੀਡੀਓ ਸਮਾਪਤ ਕਰਦੇ ਹਾਂ ਤੇ ਆਪਣੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਜੀ, ਸਾਡਾ YouTube ਚੈਨਲ ਹੈ ਮੇਰਾ ਆਪਣਾ ਹਰਦੀਪ ਸਿੰਘ USA, ਉਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ ਜੇ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ। ਤੇ ਗਿਆਨੀ ਜੀ ਹੁਣੀ ਗੁਰਜੀਤ ਸਿੰਘ ਗੁਰੂ ਕਾ ਇਹਨਾਂ ਦਾ YouTube ਚੈਨਲ ਹੈ ਤੇ ਉਹਨਾਂ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਫੇਸਬੁੱਕ ਦੇ ਉੱਤੇ ਤੇ ਲਾਈਕ ਕਰੋ ਤੇ ਸਾਡਾ ਹੌਸਲਾ ਵਧੇ ਕਿ ਅਸੀਂ ਹੋਰ ਵਿਚਾਰਾਂ, ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਆਪਣੇ ਵੀਰਾਂ ਭਰਾਵਾਂ ਦੇ ਨਾਲ ਸਾਂਝੀਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।